न्यूज़ 18 पंजाब हरियाणा हिमाचल वेख रहे दर्शकों का स्वागत है। मैं हां गगनदीप चौहान। सिद्धू मूसेवाला ਨੂੰ ਮਾਰਨ ਦੇ ਲਈ ਕਿੰਨੇ ਸ਼ੂਟਰ ਪੰਜਾਬ ਦੇ ਵਿੱਚ ਆਏ ਸੀ? 2 4 6 ਜਾਂ ਇਸ ਤੋਂ ਵੀ ਵੱਧ? ਇਹ ਸਵਾਲ ਇਸ ਲਈ ਕਿਉਂਕਿ ਮੂਸੇਵਾਲਾ ਨੂੰ ਮਾਰਨ ਦੇ ਲਈ ਜਿਹੜਾ ਪਲਾਨ ਗੋਲਡੀ ਬਰਾੜ ਨੇ ਤਿਆਰ ਕੀਤਾ ਹੋਇਆ ਸੀ ਉਸ ਦੇ ਬਾਰੇ ਇੱਕ ਨਵਾਂ ਖੁਲਾਸਾ ਹੋਇਆ ਹੈ। ਮੂਸੇਵਾਲਾ ਨੂੰ ਮਾਰਨ ਦੇ ਲਈ 10 ਸ਼ੂਟਰ ਪੰਜਾਬ ਆਏ ਸਨ। ਜੀ ਹਾਂ, मूसेवाला ਨੂੰ ਮਾਰਨ ਦੇ ਲਈ 10 ਸ਼ੂਟਰ ਜਿਹੜੇ ਸੀਗੇ ਉਹ ਪੰਜਾਬ ਭੇਜੇ ਗਏ ਸਨ ਔਰ 2 ਮੋਡਿਊਲ ਜਿਹੜੇ ਹੈਗੇ ਉਹ ਤਿਆਰ ਕੀਤੇ ਗਏ ਸੀ ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਦੇ ਲਈ। 2 ਮੋਡਿਊਲ ਤੋਂ ਇਲਾਵਾ ਤੀਜਾ ਮੋਡਿਊਲ ਵੀ ਜਿਹੜਾ ਹੈਗਾ ਉਹ ਤਿਆਰ ਸੀ। ਪਹਿਲਾ ਮੋਡਿਊਲ ਵਰਦੀ ਦਾ ਸੀਗਾ, ਦੂਜਾ ਮੋਡਿਊਲ ਜਿਸ ਤੇ ਰਾਹੀਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਔਰ ਤੀਜਾ ਬੈਕਅਪ ਪਲਾਨ ਸੀ ਜਿਸ ਦੇ ਵਿੱਚ 3 ਤੋਂ 4 ਸ਼ੂਟਰ ਰਿਜ਼ਰਵ ਰੱਖੇ ਗਏ ਸੀ। ਯਾਨੀ ਜੇਕਰ ਸਿੱਧੂ ਮੂਸੇਵਾਲਾ ਇਸ ਅਟੈਕ ਤੋਂ ਬਾਅਦ ਬਚ ਜਾਂਦਾ ਤਾਂ ਤੀਜਾ ਮੋਡਿਊਲ ਇਹ ਸੀਗਾ ਕਿ ਜਿਹੜੇ 3 ਤੋਂ 4 ਸ਼ੂਟਰ ਹੋਰ ਨੇ ਉਹ ਹਮਲਾ ਕਰਨਗੇ। ਖਤਰਨਾਕ ਹਥਿਆਰਾਂ ਦੇ ਨਾਲ ਇਹ ਸ਼ੂਟਰ ਲੈਸ ਸਨ। ਮੂਸੇਵਾਲਾ ਨੂੰ ਮਾਰਨ ਦੇ ਲਈ ਤੀਜੀ ਗੱਡੀ ਵੀ ਤਿਆਰ ਸੀ। ਮੂਸੇਵਾਲਾ ਜੇਕਰ ਬਚਦਾ ਤਾਂ ਪਲਾਨ ਬੀ ਐਕਟੀਵੇਟ ਕਰ ਦਿੱਤਾ ਜਾਂਦਾ। ਪਲਾਨ ਬੀ ਦੇ ਵਿੱਚ ਗ੍ਰੇਨੇਡ ਲਾਂਚਰ ਦੀ ਪਲੈਨਿੰਗ ਸੀ ਤੇ ਮੂਸੇਵਾਲਾ ਨੂੰ ਮਾਰਨ ਦੇ ਲਈ ਪਲੈਨਿੰਗ ਸੀ। ਮਨੀ, ਮਨਪ੍ਰੀਤ ਤੇ 2 ਹੋਰ ਸ਼ੂਟਰਾਂ ਦੇ ਨਾਂ ਸਾਹਮਣੇ ਆ ਰਹੇ ਨੇ ਜਿਨ੍ਹਾਂ ਨੂੰ ਬੈਕਅਪ ਤੇ ਤਿਆਰ ਰੱਖਿਆ ਗਿਆ ਸੀ। ਬੈਕਅਪ ਤੇ 3 ਗੈਂਗਸਟਰ ਜੱਗੂ ਦੇ ਸਨ ਖਾਸ ਗੁਰਗੇ। ਸੂਤਰਾਂ ਦੇ ਹਵਾਲੇ ਤੋਂ ਜਿਹੜਾ ਹੈਗਾ ਉਹ ਜਾਣਕਾਰੀ ਮਿਲ ਰਹੀ ਹੈ। ਪੁਲਿਸ ਸੂਤਰਾਂ ਦੇ ਮੁਤਾਬਿਕ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਮੂਸੇਵਾਲਾ ਨੂੰ ਮਾਰਨ ਦੇ ਲਈ ਗ੍ਰੇਨੇਡ ਲਾਂਚਰ ਵੀ ਤਿਆਰ ਸੀ। ਜੇ ਮੂਸੇਵਾਲਾ ਬਚ ਜਾਂਦਾ ਤਾਂ ਫਿਰ ਇਸ ਤਰੀਕੇ ਉਸ ਤੇ ਅਟੈਕ ਕੀਤਾ ਜਾਣਾ ਸੀ। ਪਲਾਨ ਬੀ ਦੇ ਵਿੱਚ ਗ੍ਰੇਨੇਡ ਲਾਂਚਰ ਜਿਹੜਾ ਹੈਗਾ ਉਹ ਤਿਆਰ ਕੀਤਾ ਗਿਆ ਸੀ। ਤੀਜੀ ਗੱਡੀ ਵਿੱਚ ਤੀਜਾ ਮੋਡਿਊਲ ਤਿਆਰ ਸੀ। ਪਲਾਨ ਬੀ ਜਿਹੜਾ ਹੈਗਾ ਮੋਡਿਊਲ 3 ਜਿਹੜਾ ਸੀਗਾ 6 ਸ਼ੂਟਰਾਂ ਤੋਂ ਇਲਾਵਾ 3 ਤੋਂ 4 ਸ਼ੂਟਰ ਤਿਆਰ ਕੀਤੇ ਗਏ ਸਨ। ਤੀਜੇ ਮੋਡਿਊਲ ਦੇ ਵਿੱਚ ਮਨਪ੍ਰੀਤ ਤੂਫਾਨ, ਮਨੀ ਰਈਆ ਤੇ 2 ਹੋਰ ਸ਼ੂਟਰ ਜਿਨ੍ਹਾਂ ਨੂੰ ਤਿਆਰ ਰੱਖਿਆ ਗਿਆ ਸੀ ਔਰ ਪਲਾਨ ਬੀ ਦੇ ਵਿੱਚ ਗ੍ਰੇਨੇਡ ਲਾਂਚਰ ਵੀ ਬਕਾਇਦਾ ਤਿਆਰ ਰੱਖਿਆ ਗਿਆ ਸੀ ਤੇ ਤੀਜੀ ਗੱਡੀ ਦੇ ਵਿੱਚ ਤੀਜਾ ਮੋਡਿਊਲ ਤਿਆਰ ਸੀ। ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਦੇ ਲਈ ਕਿਸ ਤਰੀਕੇ ਦੀ ਤਿਆਰੀ ਸੀਗੀ? 6 ਸ਼ੂਟਰਾਂ ਤੋਂ ਇਲਾਵਾ 3 ਤੋਂ 4 ਸ਼ੂਟਰ ਤਿਆਰ ਕੀਤੇ ਗਏ ਸਨ ਤੇ ਤੀਜੇ ਮੋਡਿਊਲ ਦੇ ਵਿੱਚ ਮਨਪ੍ਰੀਤ ਤੂਫਾਨ, ਮਨੀ ਰਈਆ ਤੇ 2 ਹੋਰ ਸ਼ੂਟਰ ਜਿਹੜੇ ਹੈਗੇ ਉਹ ਤਿਆਰ ਕੀਤੇ ਗਏ ਸੀ। ਦਰਸ਼ਕਾਂ ਨੂੰ ਦੱਸਦੀ ਇੱਕ ਇੱਕ ਕਰਕੇ ਦੱਸਦੇ ਆ। ਪਹਿਲਾ ਪਲਾਨ ਕੀ ਸੀਗਾ? ਤੁਹਾਨੂੰ ਯਾਦ ਹੋਏਗਾ ਕਿ ਜਦੋਂ ਅੰਕਿਤ ਸਿਰਸਾ ਤੇ ਉਸ ਦਾ ਸਾਥੀ ਪ੍ਰੇਵਰਤ ਫੌਜੀ ਗ੍ਰਿਫਤਾਰ ਹੋਇਆ ਉਹਨਾਂ ਦੇ ਕੋਲੋਂ ਪੁਲਿਸ ਦੀ ਵਰਦੀ ਬਰਾਮਦ ਹੋਈ ਸੀਗੀ ਔਰ ਇੱਕ ਖੁਲਾਸਾ ਵੀ ਸ਼ੁਰੂਆਤੀ ਜਾਂਚ ਦੇ ਵਿੱਚ ਹੋਇਆ ਸੀ ਕਿ ਪੁਲਿਸ ਦੀ ਵਰਦੀ ਪਾ ਕੇ ਵੀ ਸਿੱਧੂ ਮੂਸੇਵਾਲਾ ਦੇ ਘਰ ਦੇ ਅੰਦਰ ਦਾਖਲ ਹੋਣ ਦਾ ਪਲਾਨ ਸ਼ੂਟਰਾਂ ਨੇ ਬਣਾਇਆ ਸੀ। ਪਰ ਜਦੋਂ ਗੇਟ ਤੇ ਜਾ ਕੇ ਦੇਖਿਆ ਕਿ ਚੈਕਿੰਗ ਜਿਹੜੀ ਹੈਗੀ ਹੈ ਬੜੀ ਸਖਤੀ ਦੇ ਨਾਲ ਹੁੰਦੀ ਹੈ, ਪ੍ਰੋਪਰ ਚੈਕਿੰਗ ਜਿਹੜੀ ਹੈਗੀ ਉਹ ਕੀਤੀ ਜਾਂਦੀ ਹੈ ਗੇਟ ਦੇ ਉੱਤੇ, ਤਾਂ ਉਹ ਪਲਾਨ ਜਿਹੜਾ ਹੈਗਾ ਉਹ ਕੈਨਸਲ ਕਰ ਦਿੱਤਾ ਗਿਆ। ਦੂਜਾ ਪਲਾਨ ਜਿਸ ਦੇ ਤਹਿਤ ਸਿੱਧੂ ਮੂਸੇਵਾਲਾ ਨੂੰ ਕਤਲ ਕੀਤਾ ਗਿਆ ਉਹ ਪਲਾਨ ਉਸ ਦੇ ਵਿੱਚ ਗਰਾਊਂਡ ਲੈਵਲ ਤੇ ਰੇਕੀ ਕਰਕੇ ਇਹ ਪਤਾ ਲਾਣਾ ਕਿ ਕਦੋਂ ਕਿਸ ਦਿਨ ਸਿੱਧੂ ਮੂਸੇਵਾਲਾ ਆਪਣੀ ਬੁਲੇਟ ਪ੍ਰੂਫ ਗੱਡੀ ਤੋਂ ਬਿਨਾ ਜਾਂ ਆਪਣੇ ਜਿਹੜੇ ਗਾਰਡ ਨੇ ਉਹਨਾਂ ਤੋਂ ਬਿਨਾ ਨਿਕਲਦਾ ਹੈ ਔਰ ਉਸ ਨੂੰ ਟਾਰਗੇਟ ਕੀਤਾ ਜਾਵੇ। ਇਸ ਨੂੰ ਜਿਹੜਾ ਹੈਗਾ ਯਕੀਨੀ ਬਣਾਇਆ ਗਿਆ। ਬਕਾਇਦਾ ਮਾਈਨਿਊਟ ਜਿਹੜਾ ਹੈਗਾ ਰੇਕੀ ਕਰਾਈ ਗਈ, ਫੋਟੋ ਜਿਹੜੀ ਹੈਗੀ ਉਹ ਮੰਗਵਾਈ ਗਈ। ਉਸ ਤੋਂ ਬਾਅਦ ਸਿੱਧੂ ਮੂਸੇਵਾਲਾ ਨੂੰ ਕਤਲ ਕਰ ਦਿੱਤਾ ਗਿਆ। ਜੇਕਰ ਸਿੱਧੂ ਮੂਸੇਵਾਲਾ ਇਸ ਹਮਲੇ ਵਿੱਚ ਵੀ ਬਚ ਜਾਂਦਾ ਤਾਂ ਫਿਰ ਤੀਜਾ ਪਲਾਨ ਜਿਹੜਾ ਹੈਗਾ ਉਹ ਤਿਆਰ ਸੀਗਾ ਔਰ ਇਹ ਵੱਡਾ ਖੁਲਾਸਾ ਹੋ ਰਿਹਾ ਹੈ। ਗ੍ਰੇਨੇਡ ਲਾਂਚਰ ਵੀ ਤਿਆਰ ਸੀ, ਯਾਨੀ ਗ੍ਰੇਨੇਡ ਅਟੈਕ ਵੀ ਜਿਹੜਾ ਹੈਗਾ ਉਹ ਕੀਤਾ ਜਾ ਸਕਦਾ ਸੀ ਸਿੱਧੂ ਮੂਸੇਵਾਲਾ ਦੇ ਉੱਤੇ। ਜੇਕਰ ਇਸ ਹਮਲੇ ਤੋਂ ਬਾਅਦ ਉਹ ਬਚ ਜਾਂਦਾ ਤਾਂ ਗ੍ਰੇਨੇਡ ਦੇ ਨਾਲ ਵੀ ਹਮਲਾ ਜਿਹੜਾ ਹੈਗਾ ਸਿੱਧੂ ਮੂਸੇਵਾਲਾ ਦੇ ਉੱਤੇ ਕੀਤਾ ਜਾ ਸਕਦਾ ਸੀ। ਜੇਕਰ ਸਿੱਧੂ ਮੂਸੇਵਾਲਾ ਬਸਟ ਫਾਇਰ ਦੇ ਵਿੱਚ ਬਚ ਜਾਂਦਾ ਤਾਂ ਸ਼ੂਟਰਾਂ ਦੇ ਕੋਲ ਪਲਾਨ ਬੀ ਵਜੋਂ ਗ੍ਰੇਨੇਡ ਲਾਂਚਰ ਵੀ ਤਿਆਰ ਸੀ। ਯਾਨੀ ਸ਼ੂਟਰ ਪੂਰੀ ਪਲੈਨਿੰਗ ਦੇ ਨਾਲ ਸਿੱਧੂ ਮੂਸੇਵਾਲਾ ਨੂੰ ਮਾਰਨ ਦੇ ਲਈ ਆਏ ਸਨ। ਮਨੋਜ ਰਾਠੀ ਮੇਰੇ ਸਹਿਯੋਗੀ ਲਗਾਤਾਰ ਸਾਡੇ ਨਾਲ ਮੌਜੂਦ ਨੇ, ਲਗਾਤਾਰ ਅਪਡੇਟਸ ਇਸ ਮਾਮਲੇ ਸਾਨੂੰ ਦਿੰਦੇ ਰਹੇ ਨੇ। ਮਨੋਜ, ਪਲਾਨ ਬੀ ਤਿਆਰ ਸੀ ਸ਼ੂਟਰਾਂ ਦਾ ਔਰ ਪਲਾਨ ਬੀ ਕਿਤੇ ਵੱਡਾ ਤੇ ਕਿਤੇ ਜ਼ਿਆਦਾ ਖਤਰਨਾਕ ਨਜ਼ਰ ਆ ਰਿਹਾ ਹੈ। ਗ੍ਰੇਨੇਡ ਲਾਂਚਰ ਵੀ ਸੀਗਾ ਸ਼ੂਟਰਸ ਦੇ ਕੋਲ, ਇਹ ਵੀ ਖੁਲਾਸਾ ਹੋ ਰਿਹਾ ਹੈ। ਗਗਨ, ਬਿਲਕੁਲ ਜਿੱਦਾਂ ਤੁਸੀਂ ਜ਼ਿਕਰ ਕੀਤਾ 1 to 1 ਕਿ ਕਿਸ ਤਰ੍ਹਾਂ ਇਹ ਪਲੈਨਿੰਗ ਹੋਈ, ਕਿਸ ਤਰ੍ਹਾਂ ਇਹ ਪੂਰੀ ਰੈਕੀ ਹੋਈ, ਕਿਉਂਕਿ ਜਿੱਦਾਂ ਤੁਸੀਂ ਦੱਸਿਆ ਕਿ ਪਲਾਨ ਏ, ਪਲਾਨ ਬੀ, ਪਲਾਨ ਸੀ, ਕਿਉਂਕਿ ਇਹਨਾਂ ਨੂੰ ਪਤਾ ਸੀਗਾ ਕਿ ਮੂਸੇਵਾਲੇ ਦੀ ਜਿਹੜੀ ਸਿਕਿਉਰਿਟੀ ਹੈ ਉਹ ਬਹੁਤ ਟਾਈਟ ਹੈ। ਕਾਰਨ ਕੀ ਹੈ ਕਿ ਜਨਵਰੀ 'ਚ ਜਦ ਰੈਕੀ ਹੋਈ ਸੀ, ਜਦ ਸ਼ਾਹਰੁਖ ਜਿਹੜਾ ਹੁਣ ਤਿਹਾੜ ਜੇਲ੍ਹ 'ਚ ਜਦ ਉਹਨੇ ਰੈਕੀ ਕੀਤੀ ਸੀ ਤਾਂ ਉਹਨੇ ਸਾਰੀ ਰੈਕੀ ਕਰਨ ਤੋਂ ਬਾਅਦ ਇਹ ਗੱਲ ਦੱਸੀ ਸੀ ਲਾਰੈਂਸ ਨੂੰ, ਗੋਲਡੀ ਬਰਾੜ ਨੂੰ, ਕਿ ਉਦੋਂ ਉਹਨੂੰ ਮਾਰਨਾ
ਕੋਈ ਆਸਾਨ ਕੰਮ ਨਹੀਂ ਹੈ। ਬਹੁਤ ਵੱਡੀ ਸਿਕਿਉਰਿਟੀ ਹੈ ਤੇ ਉਹਦੇ ਘਰ ਦੇ ਨੇੜੇ ਤੇੜੇ ਵੀ ਸਿਕਿਉਰਿਟੀ ਰਹਿੰਦੇ ਆ, ਉਹਦੇ ਖੁਦ ਦੇ ਜਿਹੜੇ ਨਾਲ ਦੇ ਸਾਥੀ ਹੈ ਜਾਂ ਫਿਰ ਬਾਉਂਸਰਸ ਨੇ ਉਹ ਵੀ ਮੌਜੂਦ ਰਹਿੰਦੇ ਆ। ਤਾਂ ਬੜਾ ਹੀ ਔਖਾ ਕੰਮ ਹੈ। ਇਸ ਕਰਕੇ ਸਾਨੂੰ ਹੋਰ ਵੀ ਜਿਹੜੀ ਚੀਜ਼ਾਂ ਹੈ, ਹੋਰ ਵੀ ਜਿਹੜੀ ਪਲੈਨਿੰਗ ਹੈ, ਹੋਰ ਵੀ ਜਿਹੜਾ ਮੋਡਿਊਲ ਹੈ ਉਹ ਤਿਆਰ ਕਰਨਾ ਪੈਣਾ। ਹੁਣ ਤੱਕ ਦੀ ਜਿਹੜੀ ਪੁਲਿਸ ਸੋਰਸਿਸ ਤੋਂ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇੱਕ ਤਾਂ ਗਰਾਊਂਡ ਲੈਵਲ ਤੇ ਜਿਹੜੀ ਇਹਨਾਂ ਨੇ ਪਲੈਨਿੰਗ ਕੀਤੀ, ਰੈਕੀ ਕੀਤੀ ਹੈ, ਇਹ ਜਿਹੜਾ ਸਿੱਧੂ ਮੂਸੇਵਾਲੇ ਦਾ ਮਰਡਰ ਕੀਤਾ। ਜੇਕਰ ਸਿੱਧੂ ਮੂਸੇਵਾਲੇ ਦਾ ਮਰਡਰ ਨਹੀਂ ਹੁੰਦਾ ਜਾਂ ਫਿਰ ਗੱਡੀ ਪਿੱਛੇ ਲਾ ਕੇ ਇਹ ਵਾਰਦਾਤ ਨੂੰ ਅੰਜਾਮ ਨਾ ਦਿੰਦੇ ਤਾਂ 3 ਤੋਂ 4 ਹੋਰ ਵੀ ਵੱਡੇ ਇਹ ਕੈਟਾਗਰੀ ਦੇ ਜਿਹੜੇ ਗੈਂਗਸਟਰ ਨੇ ਉਹਨਾਂ ਨੂੰ ਬੈਕਅਪ 'ਚ ਰੱਖਿਆ ਗਿਆ ਸੀਗਾ। ਕਾਰਨ ਕੀ ਸੀ? ਉਹਨਾਂ ਨੂੰ ਇੱਕ ਗੱਡੀ ਵੀ ਪ੍ਰੋਵਾਈਡ ਜਿਹੜੀ ਕਰਨ ਦੀ ਗੱਲ ਸਾਹਮਣੇ ਆ ਰਹੀ ਹੈ ਕਿ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਬੈਕਅਪ 'ਚ ਰਹੋਗੇ। ਜੇਕਰ ਉਹ ਪਲਾਨ ਫੇਲ ਹੁੰਦਾ ਹੈ, ਜੇਕਰ ਸਿੱਧੂ ਮੂਸੇਵਾਲੇ ਦਾ ਮਰਡਰ ਨਹੀਂ ਹੁੰਦਾ ਤਾਂ ਤੁਸੀਂ ਫਿਰ ਅੱਗੇ ਦੁਬਾਰਾ ਤੋਂ ਹਮਲਾ ਕਰੋਗੇ, ਅੱਗੇ ਤੁਸੀਂ ਵਾਰਦਾਤ ਨੂੰ ਅੰਜਾਮ ਦੇਣਾ ਹੈ। ਯਾਨੀ ਕਿ ਬੜਾ ਹੀ ਕਲੀਅਰ ਸੀਗਾ ਕਿ ਅਸੀਂ ਬਾय हुक बाय क्रुक सिद्धू मूसेवाले ਦਾ ਮਰਡਰ ਕਰਨਾ ਹੈ, ਚਾਹੇ ਜੋ ਮਰਜ਼ੀ ਹੋਵੇ। ਇਸ ਕਰਕੇ ਇਹ ਬਹੁਤ ਵੱਡੀ, ਅਸੀਂ ਪਹਿਲਾਂ ਲਗਾਤਾਰ ਜ਼ਿਕਰ ਕਰ ਰਹੇ ਸਟਾਰਟਿੰਗ ਤੋਂ ਹੀ ਕਿ ਗਗਨ ਇਹ ਬਹੁਤ ਵੱਡੀ ਪਲੈਨਿੰਗ ਸੀ ਤੇ ਸਿਰਫ ਔਰ ਸਿਰਫ ਇਹਨਾਂ ਦਾ ਟਾਰਗੇਟ ਸੀਗਾ ਸਿੱਧੂ ਮੂਸੇਵਾਲਾ। ਯਾਨੀ ਕਿ ਅਸੀਂ ਉਹਨੂੰ ਕਿਸੇ ਵੀ ਹਾਲਤ 'ਚ ਉਹਦਾ ਵਾਰਦਾਤ ਨੂੰ ਅੰਜਾਮ ਦੇਣਾ, ਉਹਦਾ ਮਰਡਰ ਕਰਨਾ ਹੈ ਤੇ ਉਸ ਤੋਂ ਮਰਡਰ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਕੋਈ ਪਲੈਨਿੰਗ ਫੇਲ ਨਾ ਹੋਵੇ, ਕਿਉਂਕਿ ਹਥਿਆਰ ਪਹੁੰਚ ਚੁੱਕੇ ਸੀ, ਸ਼ਾਰਪ ਸ਼ੂਟਰ ਤਿਆਰ ਸੀਗੇ, ਗੱਡੀਆਂ ਉਹਨਾਂ ਨੂੰ ਪ੍ਰੋਵਾਈਡ ਹੋਈ ਸੀ। ਗੱਡੀਆਂ ਦੀ ਪ੍ਰੋਵਾਈਡ ਦੇ ਨਾਲ ਨਾਲ ਜਿਹੜਾ ਵੀ ਵਾਰਦਾਤ ਤੋਂ ਅੰਜਾਮ ਦੇਣ ਤੋਂ ਬਾਅਦ ਉਹਨਾਂ ਦੇ ਵਾਸਤੇ ਕਿਸ ਤਰ੍ਹਾਂ ਦੀ ਪਲੈਨਿੰਗ ਸੀ, ਕਿਸ ਤਰ੍ਹਾਂ ਉਹਨਾਂ ਨੇ ਭੱਜਣਾ ਹੈ, ਕਿੱਥੇ ਉਹਨਾਂ ਨੇ ਬਾਰਡਰ ਕ੍ਰਾਸ ਕਰਨਾ ਹੈ, ਹਾਈਵੇ ਤੇ ਨਹੀਂ ਜਾਣਾ, ਖੇਤਾਂ ਦੇ ਵਿੱਚ ਤੁਸੀਂ ਐਂਟਰੀ ਕਰਨੀ ਹੈ, ਗੱਡੀਆਂ ਤੁਹਾਨੂੰ ਉੱਥੇ ਪ੍ਰੋਵਾਈਡ ਹੋਣਗੀਆਂ, ਇੱਕ ਤੁਸੀਂ ਗੱਡੀ ਸਨੈਚ ਕਰਨੀ ਹੈ, ਇੱਕ ਗੱਡੀ ਤੁਹਾਨੂੰ ਅੱਗੇ ਜਿਹੜੀ ਹੈਗੀ ਉਹ ਜਾ ਕੇ ਮਿਲੇਗੀ। ਸਚਿਨ ਚੌਧਰੀ ਇਹ ਸਾਰੀ ਚੀਜ਼ਾਂ ਕਰ ਰਿਹਾ ਸੀਗਾ ਪ੍ਰੋਵਾਈਡ। ਜਿਹੜੀ ਹੁਣ ਤੱਕ ਦੀ ਸਾਹਮਣੇ ਆਈ ਹੈ ਕਿ ਸਚਿਨ ਚੌਧਰੀ ਨੇ ਗੱਡੀਆਂ ਵਾਰਦਾਤ ਤੋਂ ਬਾਅਦ ਜਿਹੜੀ ਸੀਸੀਟੀਵੀ ਇੱਕ ਫੁਟੇਜ ਵੀ ਸਾਹਮਣੇ ਆਈ ਸੀ ਗੱਡੀ ਦੀ, ਉਹ ਵੀ ਤੁਸੀਂ ਵੇਖੀ ਕਿ ਕਿਸ ਤਰ੍ਹਾਂ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਸਰ ਆਰਾਮ ਨਾਲ ਬੇਖੌਫ ਹੋ ਕੇ ਘੁੰਮ ਰਹੇ। ਖੇਤਾਂ ਦੇ ਅੰਦਰ ਜਿਹੜੀ ਇਹ ਵੀਡੀਓ ਸਾਹਮਣੇ ਆਈ ਹੈ ਕਿ ਖੇਤਾਂ ਦੇ ਅੰਦਰ ਜਾ ਕੇ ਇਹਨਾਂ ਨੇ ਪੂਰਾ ਜਿਹੜਾ ਹੈਗਾ ਬਾਰਡਰ ਏਰੀਆ ਕ੍ਰਾਸ ਕੀਤਾ। ਜਿਹੜਾ ਪ੍ਰਾਈਵੇਟ ਫੌਜੀ ਨੇ ਵੀ ਇਹ ਗੱਲ ਜਿਹੜੀ ਹੈਗੀ ਉਹ ਦੱਸੀ ਹੈ ਕਿ ਅਸੀਂ ਹਾਈਵੇ ਤੇ ਨਹੀਂ ਚੜੇ, ਅਸੀਂ ਪਿੰਡਾਂ ਦੇ ਅੰਦਰ ਖੇਤਾਂ ਦੇ ਅੰਦਰ ਅਸੀਂ ਜਾ ਕੇ ਬਾਰਡਰ ਕ੍ਰਾਸ ਕੀਤਾ। ਤੇ ਜਿਹੜਾ ਇਹਨਾਂ ਦਾ ਪਲੈਨਿੰਗ ਸੀ, ਜਿਹੜਾ ਇਹਨਾਂ ਦਾ ਮੋਡਿਊਲ ਸੀਗਾ, ਕਿਉਂਕਿ ਕਰੋਲਾ ਗੱਡੀ ਪਹਿਲਾਂ ਜਿਹੜੀ ਗੱਲ ਨਿਕਲ ਕਰ ਆਈ ਸੀ, ਸਿਰਾਜ ਮਿੰਟੂ ਤੇ ਮਨਪ੍ਰੀਤ ਮੰਨਾ ਜਿਹੜਾ ਗੈਂਗਸਟਰ ਹੈ, ਜਿਹੜਾ ਜੇਲ੍ਹ 'ਚ ਬੰਦ ਹੈ, ਉਹਨਾਂ ਨੂੰ ਪਹਿਲਾਂ ਇੱਕ ਗੱਡੀ ਦੀ ਗੱਲ ਕੀਤੀ ਗਈ ਸੀ। ਯਾਨੀ ਕਿ ਤੁਸੀਂ ਕਰੋਲਾ ਗੱਡੀ ਪ੍ਰੋਵਾਈਡ ਕਰਨੀ ਹੈ, ਸਾਡੇ ਬੰਦੇ ਆਣਗੇ, ਇੱਕ ਕਰੋਲਾ ਗੱਡੀ ਤੁਸੀਂ ਦਿਓ। ਦਿੱਲੀ ਨੰਬਰ ਕਰੋਲਾ ਗੱਡੀ ਜਿਹੜੀ ਹੈ ਉਹ ਮਨਪ੍ਰੀਤ ਭਾਊ ਨੇ ਇਹਨਾਂ ਨੂੰ ਪ੍ਰੋਵਾਈਡ ਕਰਾਈ। ਫਿਰ ਦੁਬਾਰਾ ਇੱਕ ਗੱਲ ਆਈ ਕਿ ਇੱਕ ਬਲੈਰੋ ਗੱਡੀ ਵੀ ਚਾਹੀਦੀ ਹੈ। ਬਲੈਰੋ ਗੱਡੀ ਆਂਦੀ ਹੈ ਫਤਿਹਬਾਦ ਤੋਂ, ਜਿਹੜਾ ਪਵਨ ਗੁੱਜਰ ਇਹਨਾਂ ਨੂੰ ਪ੍ਰੋਵਾਈਡ ਕਰਦਾ, DL 10CT 0196 ਨੰਬਰ ਦਿੱਲੀ ਤੋਂ ਆਂਦੀ ਹੈ। ਉਹ ਆਂਦੀ ਹੈ ਜਿਹੜੀ ਫਤਿਹਬਾਦ ਤੋਂ ਇਹ ਫਰੀਦਕੋਟ ਆਂਦੀ ਹੈ। ਫਰੀਦਕੋਟ ਇਹਨਾਂ ਨੂੰ ਗੱਡੀਆਂ ਪ੍ਰੋਵਾਈਡ ਹੁੰਦੀ ਹੈ, ਸ਼ਾਰਪ ਸ਼ੂਟਰ ਹੁੰਦੇ ਹੈ 6 ਹੁਣ ਤੱਕ ਦੀ ਜਿਹੜੀ ਜਾਣਕਾਰੀ ਮਿਲ ਰਹੀ ਹੈ। ਲੇਕਿਨ ਪੁਲਿਸ ਸੋਰਸਿਸ ਜਿਹੜੇ ਜਾਣਕਾਰੀ ਦੇ ਰਹੇ ਹੈ ਕਿ 6 ਤਾਂ ਸ਼ਾਰਪ ਸ਼ੂਟਰ ਸੀਗੇ, ਲੇਕਿਨ ਉਸ ਤੋਂ ਪਹਿਲਾਂ 9 ਤੋਂ 10 ਸ਼ਾਰਪ ਸ਼ੂਟਰਸ ਦੀ ਜਾਂ ਗੈਂਗਸਟਰਾਂ ਦੀ ਡਿਊਟੀ ਲਾਈ ਗਈ ਸੀ ਕਿ ਤੁਸੀਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇਣਾ ਹੈ ਔਰ ਉਸ ਤੋਂ ਬਾਅਦ ਤੁਸੀਂ ਆਪਣੇ ਰਾਸਤੇ ਜਿਹੜਾ ਹੈ, ਆਪਣੇ ਜਿਹੜੇ ਤੁਸੀਂ ਬਾਰਡਰ ਹੈ, ਕੋਈ ਹਰਿਆਣਾ, ਕੋਈ ਪੰਜਾਬ, ਕੋਈ ਰਾਜਸਥਾਨ ਬਾਰਡਰ ਜਿਹੜਾ ਹੈਗਾ ਤੁਸੀਂ ਕ੍ਰਾਸ ਕਰਨਾ ਹੈ। ਲੇਕਿਨ ਲਾਸਟ ਜਿਹੜੀ ਹੁਣ ਤੱਕ ਦੀ ਜਾਣਕਾਰੀ ਮਿਲ ਰਹੀ ਹੈ ਕਿ ਲਾਸਟ ਸਿਰਫ 6 ਸ਼ੂਟਰਸ ਦੀ ਡਿਊਟੀ ਲਾਈ ਗਈ ਕਿ ਤੁਸੀਂ ਪਹਿਲਾਂ ਇਸ ਵਾਰਦਾਤ ਨੂੰ ਅੰਜਾਮ ਦਿਓ। ਕੇਕੜਾ ਜਿਸ ਤਰ੍ਹਾਂ ਕਹਿ ਰਿਹਾ, ਜਿਸ ਤਰ੍ਹਾਂ ਦੀ ਰੈਕੀ ਕਰ ਰਿਹਾ ਕੇਕੜਾ ਕਿ ਹੁਣ ਸਿੱਧੂ ਮੂਸੇਵਾਲਾ ਆਪਣੀ ਗੱਡੀ ਤੋਂ ਨਿਕਲ ਰਿਹਾ ਹੈ, ਅਸੀਂ ਉਹਦੀ ਸੈਲਫੀ ਖਿੱਚੀ ਹੈ, ਉਹਦੇ ਨਾਲ ਸੈਲਫੀ ਖਿੱਚੀ ਹੈ, ਉਹਦੇ ਨਾਲ 2 ਉਹਦੇ ਸਾਥੀ ਮੌਜੂਦ ਨੇ, ਕੋਈ ਸਿਕਿਉਰਿਟੀ ਗਾਰਡ ਨਹੀਂ ਹੈ, ਬੁਲਟ ਪ੍ਰੂਫ ਗੱਡੀ ਉਹਦੇ ਕੋਲ ਨਹੀਂ ਹੈ। ਬਹੁਤ ਵਧੀਆ ਉਹਨਾਂ ਨੂੰ ਇੱਕ ਮੌਕਾ ਮਿਲਿਆ ਤੇ ਉਹਨਾਂ ਨੇ ਅੱਗੇ ਅਲਰਟ ਕੀਤਾ ਗੋਲਡੀ ਬਰਾੜ ਨੂੰ। ਗੋਲਡੀ ਬਰਾੜ ਨੇ ਫਿਰ ਪ੍ਰਾਈਵੇਟ ਫੌਜੀ ਨੂੰ ਦੱਸਿਆ। ਪ੍ਰਾਈਵੇਟ ਫੌਜੀ ਬਿਲਕੁਲ ਅਲਰਟ ਸੀਗਾ ਕਿ ਡਾਕਟਰ ਸਾਹਿਬ ਅਸੀਂ ਜਿਹੜੇ ਹੈਗੇ ਉਹ ਪੂਰੇ ਐਕਟਿਵ ਨੇ। ਉਹ ਜਿਸ ਤਰ੍ਹਾਂ ਉਹ ਬਾਹਰ ਨਿਕਲਿਆ, ਜਿਸ ਤਰ੍ਹਾਂ ਸਭ ਨੇ ਦੇਖਿਆ ਕਿ ਉਹਨੇ ਵਾਰਦਾਤ ਨੂੰ ਅੰਜਾਮ ਦਿੱਤਾ। ਲੇਕਿਨ ਜੇਕਰ ਇਹ ਪਲਾਨ ਫੇਲ ਹੁੰਦਾ ਤਾਂ ਗਗਨ ਹੋਰ ਦੂਜਾ ਪਲਾਨ ਵੀ ਇਹਨਾਂ ਕੋਲ ਸੀਗਾ। ਜਿਹੜੇ ਗੈਂਗਸਟਰ ਇਹਨਾਂ ਨੇ ਬੈਕਅਪ 'ਚ ਰੱਖੇ ਹੋਏ ਸੀ ਉਹ ਜੱਗੂ ਭਗਵਾਨਪੁਰੀਆ ਦੇ ਇਹ ਕੈਟੇਗਰੀ ਦੇ ਬਹੁਤ ਹੀ ਖਾਸ ਗੁਰਗੇ ਦੱਸੇ ਜਾ ਰਹੇ ਨੇ। ਜੱਗੂ ਭਗਵਾਨਪੁਰੀਆ ਦਾ ਰੋਲ ਕੀ ਹੈ ਇਹਦੇ ਵਿੱਚ? ਜਿੱਦਾਂ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ, ਜੱਗੂ ਭਗਵਾਨਪੁਰੀਏ ਨੇ ਲਾਰੈਂਸ ਬਿਸ਼ਨੋਈ ਨੂੰ ਹਥਿਆਰ ਸਪਲਾਈ ਕਰਾਏ। ਇਹ ਸਿੱਧੂ ਮੂਸੇਵਾਲੇ 'ਚ ਤਾਂ ਕਰਾਏ ਹੈ। ਇਸ ਤੋਂ ਪਹਿਲਾਂ ਵੀ ਕੋਈ ਵੀ ਵਾਰਦਾਤ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੈਪਨ ਲੈਣਾ ਹੋਵੇ ਲਾਰੈਂਸ ਬਿਸ਼ਨੋਈ ਗਰੁੱਪ ਨੇ ਤਾਂ ਇਹ ਜੱਗੂ ਭਗਵਾਨਪੁਰੀਆ ਉਹਨਾਂ ਨੂੰ ਪ੍ਰੋਵਾਈਡ ਕਰਦਾ ਸੀ, ਮੁਹੱਈਆ ਕਰਾਂਦਾ ਸੀ। ਚਾਹੇ ਉਹ ਯੂਪੀ ਤੋਂ, MP ਤੋਂ, ਪਾਕਿਸਤਾਨ ਬਾਰਡਰ ਦੀ ਵੀ ਗੱਲ ਸਾਹਮਣੇ ਆ ਰਹੀ ਹੈ, ਉਹ ਵੀ ਲਗਾਤਾਰ ਪੁੱਛਗਿੱਛ ਹੋ ਰਹੀ ਹੈ। ਲੇਕਿਨ ਸਿੱਧੂ ਮੂਸੇਵਾਲੇ ਮਰਡਰ 'ਚ ਜੱਗੂ ਭਗਵਾਨਪੁਰੀਏ ਦੀ ਵੀ ਹੈਲਪ ਲਿੱਤੀ ਗਈ, ਉਹਨਾਂ ਦੇ ਵੀ ਗੁਰਗਿਆਂ ਦੀ ਡਿਊਟੀ ਲਾਈ ਗਈ ਕਿ ਤੁਸੀਂ ਇਹ ਸਾਰਾ ਬੈਕਅਪ ਜਿਹੜਾ ਹੈਗਾ ਤਿਆਰ ਰੱਖਣਾ ਹੈ। ਗ੍ਰੇਨੇਡ ਲਾਂਚਰ ਦੀ ਤੁਸੀਂ ਗੱਲ ਕੀਤੀ ਹੈ, ਜਿਹੜਾ ਪ੍ਰਾਈਵੇਟ ਫੌਜੀ ਤੋਂ ਵੀ ਰਿਕਵਰ ਹੋਇਆ। ਦਿੱਲੀ ਦੇ ਸਪੈਸ਼ਲ ਸੈੱਲ ਨੇ ਜਦ ਇਹਨਾਂ ਨੂੰ ਫੜਿਆ ਤਾਂ AK-47 ਦੇ ਨਾਲ ਗ੍ਰੇਨੇਡ ਲਾਂਚਰ ਵੀ ਫੜੇ ਗਏ। ਬਹੁਤ ਵੱਡੀ ਪਲੈਨਿੰਗ ਸੀ, ਬਹੁਤ ਵੱਡੀ। ਪੁਲਿਸ ਯੂਨੀਫਾਰਮ ਮਿਲੀ ਹੈ, ਪ੍ਰਾਈਵੇਟ ਫੌਜੀ ਤੋਂ ਵੀ ਪੁਲਿਸ ਯੂਨੀਫਾਰਮ ਮਿਲੀ ਹੈ, ਅੰਕਿਤ ਸਿਰਸਾ ਤੇ ਹੋਰ ਜਿਹੜੇ ਸਾਥੀ ਉਹਨਾਂ ਕੋਲੋਂ ਵੀ ਪੁਲਿਸ ਯੂਨੀਫਾਰਮ ਮਿਲੀ ਹੈ। ਮੋਡਸ ਆਪਰੈਂਡੀ ਕਿਸ ਤਰ੍ਹਾਂ ਦੀ ਸੀਗੀ ਕਿ ਜੇਕਰ
ਇਹ ਪਲਾਨ ਫੇਲ ਹੁੰਦਾ ਹੈ ਤਾਂ ਪੁਲਿਸ ਦੀ ਵਰਦੀ ਪਾ ਕੇ ਅਸੀਂ ਵਾਰਦਾਤ ਨੂੰ ਅੰਜਾਮ ਦੇਵਾਂਗੇ। ਲੇਕਿਨ ਤੁਸੀਂ ਵੇਖੋ ਬੜਾ ਹੀ ਅਨਫੋਰਚੂਨੇਟ ਉਹਦੀ ਸਿੱਧੂ ਮੂਸੇਵਾਲੀ ਦੀ ਬੜੀ ਬੇਰਹਿਮੀ ਨਾਲ ਇਹਨਾਂ ਨੇ ਮਰਡਰ ਕਰਤਾ, ਯਾਨੀ ਕਿ ਉਸੇ ਕੇਸ 'ਚ ਇਹਨਾਂ ਦਾ ਜਿਹੜਾ ਹੈਗਾ ਉਹ ਪਰ ਵਾਰਦਾਤ ਨੂੰ ਇਹਨਾਂ ਨੇ ਸਵਾਲ ਸਫਲ ਇੱਥੇ ਕੀਤਾ ਫਿਰ ਤੇ ਉਸ ਤੋਂ ਬਾਅਦ ਇਹ ਸਿੱਧਾ ਉੱਥੋਂ ਨਿਕਲ ਗਏ। ਮਨੋਜ ਸਵਾਲ ਇੱਥੇ ਇਹ ਹੈ ਕਿ ਫਿਰ ਜੇਕਰ ਇਹਨਾਂ ਦੇ ਕੋਲ ਗ੍ਰੇਨੇਡ ਲਾਂਚਰ ਵੀ ਸੀ ਔਰ ਗ੍ਰੇਨੇਡ ਲਾਂਚਰ ਜਿਸ ਤਰੀਕੇ ਫੜਿਆ ਗਿਆ ਹੈ, ਫਿਰ ਜਿਹੜਾ ਕਨੈਕਸ਼ਨ ਟੈਰਰਿਸਟ ਦੇ ਨਾਲ ਜਾ ਕੇ ਜੁੜਦਾ ਹੈ, ਜਿਹੜਾ ਰਿੰਦਾ ਦੇ ਨਾਲ ਜਾ ਕੇ ਬਾਰ-ਬਾਰ ਸੂਈ ਜਿਹੜੀ ਹੈਗੀ ਰਿੰਦਾ ਵੱਲ ਘੁੰਮਦੀ ਹੈ ਸ਼ੱਕ ਦੀ ਸੂਈ, ਕਿਉਂਕਿ ਗੈਂਗਸਟਰ ਜਿਹੜੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ, ਹੁਣ ਤੱਕ ਜਿਹੜੀ ਪੰਜਾਬ ਵਿੱਚ ਵੱਡੀਆਂ ਵਾਰਦਾਤਾਂ ਹੋਈਆਂ ਨੇ ਉਸ ਦੇ ਵਿੱਚ ਹਥਿਆਰ ਤਾਂ ਇਸਤੇਮਾਲ ਹੋਇਆ ਹੈ, ਆਟੋਮੈਟਿਕ ਹਥਿਆਰ ਵੀ ਇਸਤੇਮਾਲ ਹੋਇਆ, ਦੇਸੀ ਪਿਸਟਲ ਵੀ ਇਸਤੇਮਾਲ ਹੋਇਆ, ਗ੍ਰੇਨੇਡ ਲਾਂਚਰ ਤੱਕ ਦੀ ਤਿਆਰੀ ਰੱਖਣਾ, ਕਿ ਇਹ ਬਿਨਾ ਟੈਰਰਿਸਟ ਹੈਲਪ ਦੇ ਹੋ ਸਕਦਾ ਹੈ, ਕਿ ਇਹ ਬਿਨਾ ਟੈਰਰਿਸਟ ਲਿੰਕ ਤੇ ਹੋ ਸਕਦਾ ਹੈ ਕਿ ਗ੍ਰੇਨੇਡ ਲਾਂਚਰ ਇਹਨਾਂ ਨੂੰ ਮੁਹੱਈਆ ਕਰਾ ਦਿੱਤਾ ਗਿਆ ਹੋਵੇ, ਆਮ ਤੌਰ ਤੇ ਮੁਹੱਈਆ ਕਰਾ ਦਿੱਤਾ ਗਿਆ ਹੋਵੇ, ਕਿ ਅਜਿਹਾ ਮੁਮਕਿਨ ਹੈਗਾ? ਔਰ ਜੇਕਰ ਇਹ ਮੁਮਕਿਨ ਨਹੀਂ ਫਿਰ ਟੈਰਰਿਸਟ ਲਿੰਕ ਵੀ ਜਾ ਕੇ ਕਿਤੇ ਨਾ ਕਿਤੇ ਜੁੜਦਾ ਹੈ। ਸਵਾਲ ਇਹ ਵੀ ਖੜਾ ਹੁੰਦਾ ਹੈ ਮਨੋਜ। ਗਗਨ ਬਿਲਕੁਲ ਇਹਦੇ ਵਿੱਚ ਵੀ ਲਗਾਤਾਰ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ ਕੰਮ ਕਰ ਰਹੀ ਹੈ। ਅਸੀਂ ਲਗਾਤਾਰ ਜਿਹੜੇ ਪੁਲਿਸ ਆਫੀਸਰਸ ਹੈ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ, ਕਿਉਂਕਿ ਇਹਦੇ ਵਿੱਚ ਨਿਕਲ ਕਰ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਕਿ ਕਿਤੇ ਨਾ ਕਿਤੇ ਰਿੰਦਾ ਦਾ ਜਿਹੜਾ ਕਨੈਕਸ਼ਨ ਹੈ ਉਹ ਲਾਰੈਂਸ ਦੇ ਨਾਲ ਜੁੜਦਾ ਨਜ਼ਰ ਆ ਰਿਹਾ ਹੈ। ਜਿਹੜੇ ਪੁਲਿਸ ਸੋਰਸਿਸ ਸਾਨੂੰ ਜਾਣਕਾਰੀ ਦੇ ਰਹੇ ਹਨ, ਕਿਉਂਕਿ ਜਿਹੜੇ ਵੀ ਹਥਿਆਰ ਆ ਰਹੇ ਹਨ, ਚਾਹੇ ਉਹ ਗ੍ਰੇਨੇਡ ਦੀ ਤੁਸੀਂ ਜ਼ਿਕਰ ਕਰ ਰਹੇ ਹੋ, ਲਾਂਚਰ ਦੀ ਤੁਸੀਂ ਗੱਲ ਕਰ ਰਹੇ ਹੋ, 9mm ਪਿਸਟਲ ਦੀ ਤੁਸੀਂ ਗੱਲ ਕਰ ਰਹੇ ਹੋ, 32 ਬੋਰ ਦੀ ਪਿਸਟਲ ਦੀ ਗੱਲ ਕਰ ਰਹੇ ਹੋ, ਕਿਉਂਕਿ ਇਹ ਸਾਰੀ ਚੀਜ਼ਾਂ ਉਹਨਾਂ ਕੋਲੋਂ ਰਿਕਵਰ ਹੋਈਆਂ। ਜਿਹੜਾ ਪ੍ਰੇਵਿਤ ਫੌਜੀ ਹੈ, ਅੰਕਿਤ ਸਿਰਸਾ ਹੈ, ਤੇ ਇਹ ਆਖਿਰ ਕਿੱਥੋਂ ਆਏ? ਜਿੰਨੇ ਵੀ ਹਥਿਆਰ ਜਿਹੜੇ ਹੈ ਇਹਨਾਂ ਨੂੰ ਮੁਹੱਈਆ ਕਰਾਏ ਗਏ ਉਹ ਕਿੱਥੋਂ ਆਏ? ਇਹ ਕਨੈਕਸ਼ਨ ਪਾਕਿਸਤਾਨ ਰਿੰਦਾ ਤੋਂ ਤਾਂ ਨਹੀਂ ਜੁੜ ਰਿਹਾ, ਕਿਉਂਕਿ ਰਿੰਦਾ ਦਾ ਕਨੈਕਸ਼ਨ ਬਾਰ-ਬਾਰ ਇਸ ਕਰਕੇ ਆ ਰਿਹਾ ਹੈ, ਚਾਹੇ ਉਹ ਮੋਹਾਲੀ ਦਾ RPG ਅਟੈਕ ਹੋਵੇ, ਇੰਟੈਲੀਜੈਂਟ ਹੈੱਡਕੁਆਟਰ ਦੇ ਆਫਿਸ ਦੇ ਅਟੈਕ ਹੋਵੇ, ਜਾਂ ਫਿਰ ਕਰਨਾਲ 'ਚ ਜਿਹੜੇ ਫੜੇ ਗਏ ਸੀ ਰਿੰਦਾ ਦੇ ਜਿਹੜੇ ਗੁਰਗੇ ਹੈ, ਉਹਨਾਂ ਨੇ ਬਹੁਤ ਵੱਡੇ ਖੁਲਾਸੇ ਕੀਤੇ ਹੈ, ਬਹੁਤ ਵੱਡੇ ਖੁਲਾਸੇ ਕੀਤੇ ਹੈ। ਤੇ ਮੰਨੂ ਤੇ ਜਗਰੂਪ ਜਦ ਇਨਕਾਊਂਟਰ ਹੋਇਆ ਤਾਂ ਉਸ ਤੋਂ ਪਹਿਲਾਂ ਪੰਮਾ ਜਦ ਮੋਹਾਲੀ ਪੁਲਿਸ ਨੇ ਫੜਿਆ ਸੀ ਤੇ ਉਹਨੇ ਵੀ ਬਹੁਤ ਵੱਡੇ ਖੁਲਾਸੇ ਕੀਤੇ ਸੀਗੇ, ਹਥਿਆਰਾਂ ਬਾਰੇ ਵੀ ਖੁਲਾਸੇ ਕੀਤੇ ਸੀ ਤੇ ਮੰਨੂ ਤੇ ਜਗਰੂਪ ਰੂਪਾ ਬਾਰੇ ਵੀ ਖੁਲਾਸੇ ਕੀਤੇ ਸੀ, ਕਿਉਂਕਿ ਪੰਮਾ ਜਿਹੜਾ ਹੈਗਾ ਉਹ ਤਰਨਤਾਰਨ ਦਾ ਰਹਿਣ ਵਾਲਾ, ਤਰਨਤਾਰਨ ਦੇ ਬਿਲਕੁਲ ਬਾਰਡਰ ਏਰੀਆ ਦਾ ਰਹਿਣ ਵਾਲਾ, ਬਹੁਤ ਵੱਡਾ ਗੈਂਗਸਟਰ ਹੈ। ਉਹ ਵੀ ਜਿਹੜਾ ਹੈਗਾ ਉਹ ਵੀ ਕਾਫੀ ਅਪਰਾਧਿਕ ਮਾਮਲੇ ਦਰਜ ਹੈ। ਉਹਨੇ ਵੀ ਹਥਿਆਰਾਂ ਬਾਰੇ ਬਹੁਤ ਸਾਰੀ ਚੀਜ਼ਾਂ ਪੁਲਿਸ ਨੂੰ ਦੱਸਿਆ ਕਿ ਕਿਸ ਤਰ੍ਹਾਂ ਹਥਿਆਰਾਂ ਦੀ ਸਪਲਾਈ ਹੁੰਦੀ ਹੈ। ਹਾਲਾਂਕਿ ਹੁਣ ਇਹ ਵੀ ਇਨਵੈਸਟੀਗੇਸ਼ਨ ਦਾ ਮੈਟਰ ਹੈ, ਰਿੰਦਾ ਦਾ ਬਾਰ-ਬਾਰ ਨਾ ਸਾਹਮਣੇ ਕਿਉਂ ਆ ਰਿਹਾ ਕਿ ਜਿਹੜਾ ਪਾਕਿਸਤਾਨ 'ਚ ਬਹਿ ਕੇ ਸਾਰੀ ਹਥਿਆਰਾਂ ਦੀ, ਨਸ਼ੇ ਦੀ, ਡਰੱਗਸ ਦੀ ਸਪਲਾਈ ਕਰਦਾ ਨਜ਼ਰ ਆ ਰਿਹਾ, ਤਾਂ ਕਿਤੇ ਨਾ ਕਿਤੇ ਹੁਣ ਇਹਦੇ ਵਿੱਚ ਕਨੈਕਸ਼ਨ ਜਿਹੜਾ ਹੈ ਉਹ ਪੁਲਿਸ ਹੁਣ ਜ਼ਰੂਰ ਜੋੜ ਕੇ ਵੇਖ ਰਹੀ ਹੈ ਤੇ ਆਉਣ ਵਾਲੇ ਸਮੇਂ 'ਚ ਬਹੁਤ ਵੱਡੇ ਖੁਲਾਸੇ ਗਗਨ ਹੋ ਸਕਦੇ ਹਨ ਕਿ ਆਖਿਰ ਟੈਰਰਿਸਟ ਤੇ ਗੈਂਗਸਟਰ ਆਪਸ 'ਚ ਮਿਲ ਕੇ ਕਿਸ ਤਰ੍ਹਾਂ ਕੰਮ ਕਰ ਰਹੇ ਹਨ। ਬਹੁਤ ਬੜਾ ਮੋਡਿਊਲ, ਬਹੁਤ ਬੜਾ ਨੈਕਸਸ, ਬਹੁਤ ਬੜਾ ਬਿਲਕੁਲ ਮਨੋਜ, ਕਿਤੇ ਨਾ ਕਿਤੇ ਵੱਡਾ ਚੈਲੰਜ ਵੀ ਬਿਲਕੁਲ ਕਿਸ ਤਰ੍ਹਾਂ ਇਹ ਆਪਰੇਟ ਕਰ ਰਹੇ ਹਨ। ਬਿਲਕੁਲ ਮਨੋਜ, ਇਹ ਵੱਡਾ ਚੈਲੰਜ ਵੀ ਪੁਲਿਸ ਦੇ ਲਈ ਬਣ ਜਾਵੇਗਾ ਜੇਕਰ ਇਹ ਕਨੈਕਸ਼ਨ ਜਿਹੜਾ ਹੈਗਾ ਉਹ ਸਾਹਮਣੇ ਆਉਂਦਾ। ਬਹੁਤ ਸ਼ੁਕਰੀਆ ਮਨੋਜ ਇਸ तमाम ਜਾਣਕਾਰੀ ਦੇ ਲਈ। ਫਿਲਹਾਲ ਮਨੋਜ ਰਾਠੀ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸਨ, ਕਿਸ ਤਰੀਕੇ ਕਨੈਕਸ਼ਨ ਜਿਹੜਾ ਹੈਗਾ ਉਹ ਜੁੜਦਾ ਹੋਇਆ ਨਜ਼ਰ ਆਉਂਦਾ ਹੈ, ਕਿਸ ਤਰੀਕੇ ਜਿਹੜਾ ਹੈਗਾ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਪੁਲਿਸ ਦੀ ਜਾਂਚ ਜਿਹੜੀ ਹੈਗੀ ਉਹ ਅੱਗੇ ਵਧ ਰਹੀ ਹੈ, ਔਰ ਕਿਸ ਤਰੀਕੇ ਜਿਹੜਾ ਹੈਗਾ ਸਵਾਲ ਖੜੇ ਹੋ ਰਹੇ ਨੇ ਕਿ ਕੀ ਟੈਰਰਿਸਟ ਤੇ ਗੈਂਗਸਟਰ ਦਾ ਮੋਡਿਊਲ ਤਾਂ ਨਹੀਂ ਬਣ ਰਿਹਾ, ਕਿ ਟੈਰਰਿਸਟ ਤੇ ਗੈਂਗਸਟਰ ਦਾ ਨੈਕਸਸ ਤਾਂ ਨਹੀਂ ਤਿਆਰ ਹੋ ਰਿਹਾ, ਕਿ ਦੋਵੇਂ ਰਲ ਕੇ ਤਾਂ ਕੰਮ ਨਹੀਂ ਕਰ ਰਹੇ। ਔਰ ਜੇਕਰ ਅਜਿਹਾ ਹੈਗਾ ਤਾਂ ਪੁਲਿਸ ਦੇ ਲਈ, ਜਿਹੜੀ ਜਾਂਚ ਏਜੰਸੀਆਂ ਨੇ ਉਹਨਾਂ ਦੇ ਲਈ, ਜਿਹੜੀ ਸੈਂਟਰਲ ਜਾਂਚ ਏਜੰਸੀਆਂ ਨੇ ਉਹਨਾਂ ਦੇ ਲਈ, IGTF ਦੀ ਗੱਲ ਕੀਤੀ ਜਾਵੇ, STF ਦੀ ਗੱਲ ਕੀਤੀ ਜਾਵੇ, ਉਹਨਾਂ ਦੇ ਲਈ ਇਹ ਚੈਲੰਜਿੰਗ ਪੋਜੀਸ਼ਨ ਕਿੰਨੀ ਵੱਡੀ ਹੋ ਜਾਂਦੀ ਹੈ, ਇਹ ਆਪਣੇ ਆਪ ਵਿੱਚ ਵੱਡਾ ਸਵਾਲ ਹੈ।